ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ। ਆਓ ਪ੍ਰੋਗਰਾਮ ਦੀ ਸ਼ੁਰੂਆਤ ਗੁਰਫਤਿਹ ਦੀ ਸਾਂਝ ਨਾਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅੱਜ ਆਪਾਂ ਇਸ ਵਿਸ਼ੇ 'ਤੇ ਗੱਲ ਕਰਾਂਗੇ। ਸਾਡੇ ਕੋਲ ਭਾਈ ਹਰਜਿੰਦਰ ਸਿੰਘ ਜੀ ਸਭਰਾ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਹਨ ਕਿ ਗੁਰਮਤਿ ਅਨੁਸਾਰ ਮੂਰਤੀ ਪੂਜਾ ਜਾਇਜ਼ ਆ ਜਾਂ ਇਹ ਗੁਰਮਤ ਦੇ ਵਿਰੋਧ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਅਪਣਾਈਆਂ ਹੋਈਆਂ ਨੇ। ਭਾਈ ਹਰਜਿੰਦਰ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਜਿੰਦਰ ਸਿੰਘ ਜੀ, ਅੱਜ ਆਮ ਹੀ ਵੇਖਣ ਨੂੰ ਮਿਲਦਾ ਵੀ ਹਰ ਘਰ ਦੇ ਵਿੱਚ ਕੰਧਾਂ ਦੇ ਉੱਤੇ ਤਸਵੀਰਾਂ ਟੰਗੀਆਂ ਹੋਈਆਂ ਨੇ ਗੁਰੂ ਨਾਨਕ ਪਾਤਸ਼ਾਹ ਦੀਆਂ, ਜਾਂ ਜਿਹੜੀਆਂ ਅਖੌਤੀ ਬਣੀਆਂ ਹੋਈਆਂ ਨੇ, ਜਾਂ ਕਈ ਲੋਕਾਂ ਨੇ, ਮੈਂ ਆਮ ਹੀ ਦੇਖਦਾ, ਕਾਰਾਂ ਦੇ ਵਿੱਚ ਆਪਣੀਆਂ ਛੋਟੀਆਂ ਛੋਟੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਨੇ। ਕੀ ਗੁਰਮਤਿ ਅਨੁਸਾਰ ਇਹ ਗੱਲਾਂ ਜਾਇਜ਼ ਨੇ? ਮੁੱਢਲੇ ਰੂਪ ਵਿੱਚ ਜੋ ਗੁਰਮਤਿ ਦਾ ਜੋ ਕਨਸੈਪਟ ਆ, ਉਹ ਇੱਕ ਨਿਰਾਕਾਰ ਅਕਾਲ ਪੁਰਖ ਨੂੰ ਮੰਨਣਾ, ਉਹਦੇ ਗੁਣਾਂ ਨੂੰ ਜੀਵਨ ਵਿੱਚ ਜਿਉਣਾ, ਔਰ ਉਸ ਨੂੰ ਅਪਣਾਉਣ ਵਾਸਤੇ ਉਸ ਅਕਾਲ ਪੁਰਖ ਦੀ ਸੱਤਾ ਨਾਲ ਜੁੜਨ ਲਈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਫਲਸਫਾ ਦਿੱਤਾ, ਗੁਰਮਤਿ ਫਲਸਫਾ, ਜਿਸ ਵਿੱਚ ਸ਼ਬਦ ਗੁਰੂ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੱਤਾ ਗਿਆ। ਠੀਕ ਹੈ ਜੀ। ਇਸ ਸ਼ਬਦ ਗੁਰੂ ਦੇ ਕਨਸੈਪਟ ਨੂੰ ਅਤੇ ਉਸ ਨਿਰਾਕਾਰ ਅਕਾਲ ਪੁਰਖ ਦੀ ਜਿਹੜੀ ਉਪਾਸਨਾ ਹੈ ਗੁਣ ਰੂਪ ਵਿੱਚ, ਠੀਕ ਹੈ, ਉਸ ਚੀਜ਼ ਨੂੰ ਬਹੁਤ ਵੱਡੀ ਢਾਲ ਲਾਉਣ ਵਾਸਤੇ ਜਿਹੜਾ ਉਹ ਸਾਡੇ ਵਿੱਚ ਇੱਕ ਬਹੁਤ ਵੱਡਾ ਕਰਮਕਾਂਡੀ ਜਿਹੜਾ ਰੁਝਾਨ ਪੈਦਾ ਹੋ ਗਿਆ, ਉਹ ਹੈ ਤਸਵੀਰ, ਮੂਰਤੀ, ਇਹਨਾਂ ਚੀਜ਼ਾਂ ਦੀ ਪੂਜਾ ਕਰਨਾ। ਠੀਕ ਹੈ ਜੀ। ਗੁਰਮਤਿ ਨੇ ਮੁੱਢਲੇ ਰੂਪ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ। ਜਦੋਂ ਅਸੀਂ ਭਗਤ ਸਾਹਿਬਾਨਾਂ ਦੀ, ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਸਮੁੱਚੇ ਰੂਪ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਤਾਂ ਉਸ ਬਾਣੀ ਦੇ ਵਿੱਚ ਮੂਰਤੀ ਪੂਜਾ ਦੇ ਖਿਲਾਫ ਜਾਂ ਮੂਰਤੀ ਪੂਜਾ ਦਾ ਖੰਡਨ ਕਰਦੇ ਹੋਏ ਸਾਨੂੰ ਬਹੁਤ ਸਾਰੇ ਸ਼ਬਦ ਪ੍ਰਮਾਣ ਜਿਹੜੇ ਹਨ ਗੁਰਬਾਣੀ ਦੇ ਵਿੱਚੋਂ ਮਿਲ ਜਾਂਦੇ ਹਨ। ਠੀਕ ਹੈ ਜੀ। ਜਿਵੇਂ ਕਿ ਪੱਥਰ ਇਤਿਆਦਿਕ ਜਾਂ ਹੋਰ ਕੋਈ ਕਿਸੇ ਧਾਤੂ ਦੇ ਬਣਾਏ ਹੋਏ ਬੁੱਤਾਂ ਨੂੰ ਪੂਜਣ ਦਾ ਬੜਾ ਪੁਰਾਣਾ ਰੁਝਾਨ ਜਿਹੜਾ ਸੀ, ਉਹ ਸਦੀਆਂ ਤੋਂ ਵੱਖ-ਵੱਖ ਥਾਵਾਂ 'ਤੇ ਦੁਨੀਆ 'ਚ ਚੱਲ ਰਿਹਾ। ਠੀਕ ਹੈ। ਤਾਂ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਏਕੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰੀਐ ਪਾਉ, ਜਿਉ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਜਾਂ ਕਬੀਰ ਸਾਹਿਬ ਕਹਿੰਦੇ ਨੇ, ਪਾਖਾਨ ਗੜ੍ਹ ਕੈ ਮੂਰਤ ਕੀਨੀ, ਦੇਖੈ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤਾਂ ਉਹ ਗੜ੍ਹਨ ਹਾਰੇ ਖਾਓ। ਠੀਕ ਹੈ। ਜਾਂ ਇਸ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਘਰ ਮੈਂ ਠਾਕੁਰ ਨਜ਼ਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਲੋਲੈ ਖੱਪ ਖੱਪ ਮਰਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਹੀ ਜਿਸ ਮੂਰਤੀ ਪੂਜਾ ਦਾ ਖੰਡਨ ਹੈ, ਜਾਂ ਇਹੋ ਜਿਹੇ ਕਰਮ ਕਾਂਡਾਂ ਤੋਂ ਜਿੱਥੇ ਸਤਿਗੁਰੂ ਨੇ ਸਾਨੂੰ ਗੁਰਮਤਿ ਦੇ ਰਾਹ ਦੇ ਉੱਤੇ ਤੁਰਨ ਵਾਲਿਆਂ ਨੂੰ ਰੋਕਿਆ ਹੋਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਨੂੰ ਹੀ ਅਣਸੁਣਿਆ ਕਰਕੇ, ਉਸ ਵੱਲ ਧਿਆਨ ਨਾ ਦੇ ਕੇ, ਅਸੀਂ ਤਰ੍ਹਾਂ ਤਰ੍ਹਾਂ ਦੀਆਂ ਅੱਜ ਆਪਣੇ ਵਿੱਚ ਹੀ ਸਿੱਖੀ ਦੇ ਦਾਇਰੇ 'ਚ ਹੀ ਜੇ ਅਸੀਂ ਸੋਚੀਏ, ਕਿੱਥੇ ਤੇ ਅਸੀਂ ਇਹ ਗੁਰਮਤਿ ਦਾ ਵਿਚਾਰ ਜਿਹੜਾ ਅਸੀਂ ਦੁਨੀਆ ਨੂੰ ਦੱਸਣਾ ਸੀ ਵੀ ਸਾਡੀ ਗੁਰਮਤਿ ਵਿੱਚ ਇਹ ਸਤਿਗੁਰੂ ਨੇ ਸਿਧਾਂਤ ਸਾਨੂੰ ਦਿੱਤਾ, ਉੱਥੇ ਅਸੀਂ ਗੁਰਮਤਿ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਲੋਕ ਹੀ ਉਹਨਾਂ ਸਾਰੇ ਕਰਮਕਾਂਡਾਂ ਦੇ ਸ਼ਿਕਾਰ ਹੋ ਰਹੇ ਹਾਂ ਜਿਨ੍ਹਾਂ ਤੋਂ ਗੁਰੂ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਉਚੇਚੇ ਰੂਪ ਵਿੱਚ ਰੋਕਿਆ। ਅੱਛਾ, ਤੁਸੀਂ ਹੁਣੇ ਗੁਰਬਾਣੀ ਦੀ ਪੰਕਤੀ ਯੂਜ਼ ਕੀਤੀ ਸੀ ਵੀ ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਿਲੋਲੇ ਖੱਪ ਖੱਪ ਮਰਤਾ। ਹਾਂਜੀ। ਅਤੇ ਕੀ ਮਤਲਬ ਜਿਹੜੇ ਅਸੀਂ ਸਿੱਖ ਆਪਣੇ ਆਪ ਨੂੰ ਖਵਾਉਂਦੇ ਹਾਂ, ਅਸੀਂ ਧਰਮ ਵਿੱਚ ਵਿਸ਼ਵਾਸ ਆਪਣੇ ਆਪ ਨੂੰ ਕਹਿੰਦੇ ਅਸੀਂ ਰੱਖਦੇ ਹਾਂ, ਅਤੇ ਗੁਰੂ ਪਾਤਸ਼ਾਹ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਸਾਕਤ ਨਹੀਂ ਸਾਬਤ ਹੁੰਦੇ ਜੇ ਅਸੀਂ ਮੂਰਤੀ ਪੂਜਾ ਕਰਦੇ ਹਾਂ? ਤਾਂ ਅਸੀਂ ਬਾਹਰੋਂ ਜੋ ਮਰਜ਼ੀ ਅਖਵਾਈਏ ਜੀ, ਉਹ ਇਹ ਸਾਡੀ ਹਉਮੈ ਦਾ ਪਸਾਰਾ ਇਹਨੂੰ ਕਹਿ ਲਓ ਕਿ ਅਸੀਂ ਅਖਵਾਉਣਾ ਘੱਟ ਨਹੀਂ ਚਾਹੁੰਦੇ, ਪਰ ਕਰਮ ਅਸੀਂ ਘਾਟੇ ਵਾਲੇ ਹੀ ਕਰਦੇ ਹਾਂ। ਠੀਕ ਹੈ। ਗੁਰੂ ਪਾਤਸ਼ਾਹ ਜਿੱਥੇ ਜਿਹੋ ਜਿਹੀ ਬਿਰਤੀ ਮਨੁੱਖ ਦੀ ਵੇਖਦੇ ਨੇ, ਉਹੋ ਜਿਹੀ ਉਸ ਨੂੰ ਉਹਨਾਂ ਸ਼ਬਦਾਂ ਨਾਲ ਸੰਬੋਧਨ ਹੁੰਦੇ ਨੇ। ਠੀਕ ਹੈ। ਜਦੋਂ ਗੁਰੂ ਮਹਾਰਾਜ ਨੇ ਵੇਖਿਆ ਵੀ ਅਸੀਂ ਸਾਰੇ ਪਾਣੀ ਰਿੜਕ ਰਹੇ ਹਾਂ, ਉਹ ਕਰਮਕਾਂਡ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਕੋਈ ਸਹੀ ਜੀਵਨ ਜੁਗਤ ਨਹੀਂ ਮਿਲਣੀ, ਤਾਂ ਐਸੇ ਕਰਮਾਂ ਨੂੰ ਪਾਣੀ ਰਿੜਕਣ ਵਾਲਾ ਕੰਮ ਕਹਿੰਦੇ ਨੇ। ਕਹਿਣ ਤੋਂ ਮਤਲਬ ਵੀ ਪਾਣੀ 'ਚ ਮਧਾਣੀ ਪਾ ਕੇ ਅਸੀਂ ਉਹਨੂੰ ਰਿੜਕ ਰਹੇ ਹਾਂ। ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ ਸਿਵਾਏ ਫਲਸਫਿਆਂ ਦੀ ਤਬਾਹੀ ਦੇ। ਠੀਕ ਹੈ। ਦੂਸਰਾ ਇੱਕ ਨੁਕਤਾ ਜਿਹੜਾ ਮੈਂ ਜ਼ਰੂਰੀ ਸਾਂਝਾ ਕਰਨਾ ਚਾਹੁੰਦਾ, ਉਹ ਇਹ ਕਿ ਇੱਕ ਬੜਾ ਪ੍ਰਚਲਿਤ ਇਹ ਨੁਕਤਾ ਹੈ ਕਿ ਜਿਸ ਚੀਜ਼ ਨੂੰ ਤੁਸੀਂ ਲੋਕਾਂ ਦੇ ਦਿਲਾਂ ਵਿੱਚੋਂ ਕੱਢਣਾ ਹੋਵੇ, ਉਹਦੀ ਤੁਸੀਂ ਬਾਹਰੀ ਰੂਪ ਵਿੱਚ ਮੂਰਤੀ ਪੂਜਾ ਸ਼ੁਰੂ ਕਰਵਾ ਦਿਓ। ਠੀਕ ਹੈ। ਲੋਕ ਉਹਦੀ ਮੂਰਤੀ ਪੂਜਾ ਕਰਨ ਲੱਗ ਜਾਣਗੇ, ਉਹਨੂੰ ਫੁੱਲ ਚੜਾਉਣਗੇ, ਭੋਗ ਲਵਾਉਣਗੇ, ਚੀਜ਼ਾਂ ਭੇਟਾ ਕਰਨਗੇ, ਸਾਰਾ ਕੁਝ ਕਰਨਗੇ, ਪਰ ਉਹਨੂੰ ਮੰਨਣਗੇ ਨਹੀਂ। ਠੀਕ ਹੈ। ਜੇ ਤੁਸੀਂ ਕਿਸੇ ਚੀਜ਼ ਨੂੰ ਮੰਨਣ ਤੋਂ ਹਟਾਉਣਾ, ਤਾਂ ਉਸ ਨੂੰ ਤੁਸੀਂ ਕਿਸੇ ਦੇਵੀ ਦੇਵਤਿਆਂ ਵਾਂਗ ਜਾਂ ਮੂਰਤੀ ਪੂਜਾ ਜਾਂ ਪਰਾਲੌਕਿਕ ਸ਼ਕਤੀਆਂ ਦਾ ਰੂਪ ਦੇ ਕੇ ਉਹਨੂੰ ਤੁਸੀਂ ਲੋਕਾਂ ਨੂੰ ਉਹਦੀ ਪੂਜਾ ਦੇ ਚੱਕਰ ਵਿੱਚ ਪਾ ਦਿਓ ਔਰ ਉਹਦਾ ਦ੍ਰਿਸ਼ਟਮਾਨ ਸਰੂਪ ਕਾਇਮ ਕਰ ਦਿਓ। ਇਸ ਤਰ੍ਹਾਂ ਦੇ ਜਦੋਂ ਉਲਝਣ ਵਿੱਚ ਸਾਰਾ ਕੁਝ ਫਸ ਜਾਂਦਾ ਪੁਜਾਰੀਵਾਦ ਦੇ ਰਾਹੀਂ,
ਤਾਂ ਉਹ ਕਨਸੈਪਟ ਜਿਹੜੇ ਹੁੰਦੇ ਨੇ, ਜਿਹੜਾ ਉਪਦੇਸ਼ ਜਿਹੜਾ ਹੁੰਦਾ ਜਾਂ ਜਿਹੜੀ ਜੀਵਨ ਜੁਗਤੀ ਹੁੰਦੀ ਆ, ਉਹ ਫਿਰ ਖਿਸਕਦੀ ਦੂਜੇ ਤੀਜੇ ਚੌਥੇ ਪੰਜਵੇਂ ਦਰਜੇ ਤੇ ਚਲੀ ਜਾਂਦੀ ਆ। ਉਹਨੂੰ ਸਮਝਣ ਤੇ ਜਾਣਨ ਵਾਲੇ ਫਿਰ ਥੋੜ੍ਹੇ ਲੋਕ ਰਹਿ ਜਾਂਦੇ ਆ। ਅੱਛਾ, ਕਈ ਵਾਰੀ ਕੀ ਇਸ ਤਰ੍ਹਾਂ ਹੁੰਦਾ ਵੀ ਆਮ ਹੀ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ, ਬਹੁਤ ਥਾਂ ਦੇ ਵਿੱਚ ਸਿੱਖ ਸਮਾਜ ਦੇ ਜਿਹੜੇ ਫਾਲੋਅਰ ਆ ਉਹ ਵੀ ਮਤਲਬ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਲਾਈ ਹੁੰਦੀ ਆ ਕਲਪਤ, ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਤ ਮੂਰਤੀ ਲਾਈ ਹੁੰਦੀ ਆ, ਅਤੇ ਜੇ ਉਹਨਾਂ ਦੇ ਨਾਲ ਕਿਸੇ ਵੇਲੇ ਗੱਲ ਕਰਨ ਦੀ ਕੋਸ਼ਿਸ਼ ਕਰੀਦੀ ਆ ਵੀ ਇਹ ਮੂਰਤੀਆਂ ਜਿਹੜੀਆਂ ਆ ਪਿਕਚਰਜ਼ ਨੇ, ਇਹ ਪਹਿਲੀ ਗੱਲ ਤਾਂ ਅਖੌਤੀ ਨੇ, ਗੁਰੂ ਪਾਤਸ਼ਾਹ ਦੀਆਂ ਪਿਕਚਰਾਂ ਹੀ ਨਹੀਂ ਗੀਆਂ ਹੈਗੀਆਂ। ਅਤੇ ਉਹ ਕਹਿੰਦੇ ਨੇ ਜੀ ਸਾਨੂੰ ਤਾਂ ਜਦੋਂ ਅਸੀਂ ਦੇਖਦੇ ਹਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਚੇਤੇ ਆ ਜਾਂਦੇ ਨੇ, ਸਾਡੀ ਉਹ ਯਾਦ ਵਿੱਚ ਵਸਦੇ ਨੇ, ਇਸ ਤਰੀਕੇ ਨਾਲ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਕਿ ਇਹ ਜਿਹੜਾ ਯਾਦ ਕਰਨਾ ਇਹ ਸੱਚ ਆ, ਸੱਚ ਰੂਪ ਵਿੱਚ ਕਰਦੇ ਹਾਂ ਜਾਂ ਇੱਕ ਪਖੰਡ ਆ? ਦੇਖੋ ਜੀ, ਜਦੋਂ ਕੋਈ ਕਰਮਕਾਂਡ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਕਿਤੇ ਸ਼ੁਰੂ ਹੁੰਦੀ ਆ, ਭਾਵੇਂ ਉਹ ਸਿਧਾਂਤ ਤੋਂ ਉਲਟ ਆ, ਵਿਚਾਰਧਾਰਾ ਗੁਰਮਤਿ ਦੀ ਵਿਚਾਰਧਾਰਾ ਤੋਂ ਅਲੱਗਾ ਵਾ, ਵੱਖਰੀ ਆ, ਤਾਂ ਉਹਦੇ ਨਾਲ ਦਲੀਲਬਾਜ਼ੀ ਆਰਗੂਮੈਂਟ ਤਾਂ ਆਉਂਦਾ ਹੀ ਆਉਂਦਾ। ਇਹ ਤਾਂ ਕੋਈ ਵੀ ਜਿਹੜੀ ਵੀ ਕੋਈ ਐਸੀ ਤੁਸੀਂ ਗੱਲ ਕਰ ਲਓ ਕਰਮਕਾਂਡ ਦੀ, ਵਹਿਮ ਭਰਮ, ਅੰਧ ਵਿਸ਼ਵਾਸ ਦੀ ਜਾਂ ਮਨਮਤ ਦੀ, ਜਿਹੜੀ ਵੀ ਅਸੀਂ ਸਾਡੇ 'ਚ ਹੈ, ਉਸ ਨੂੰ ਸਹੀ ਠਹਿਰਾਉਣ ਵਾਲੇ ਲੋਕ ਵੀ ਮੌਜੂਦ ਹਰ ਜਗ੍ਹਾ 'ਤੇ ਹੁੰਦੇ ਨੇ। ਠੀਕ ਹੈ। ਤਾਂ ਜਿਨ੍ਹਾਂ ਨੇ ਹੁਣ ਅਸੀਂ ਤਾਂ ਇਹ ਵੇਖਣਾ ਵੀ ਗੁਰਮਤਿ ਦਾ ਫਲਸਫਾ, ਵਿਚਾਰਧਾਰਾ ਅਤੇ ਸਿਧਾਂਤ ਕੀ ਕਹਿੰਦਾ ਹੈ। ਪਹਿਲੀ ਗੱਲ ਤਾਂ ਸਾਡੇ ਲਈ ਇਹ ਹੈ, ਕਿਉਂਕਿ ਅਸੀਂ ਗੁਰੂ ਬਾਣੀ ਦੇ ਉਪਾਸ਼ਕ ਹਾਂ, ਨਾ ਕਿ ਅਸੀਂ ਕੋਈ ਐਸੀਆਂ ਮਨ ਘੜਤ ਚਿੱਤਰਕਾਰੀਆਂ ਦੇ ਉਪਾਸ਼ਕ ਹਾਂ। ਪਹਿਲੀ ਗੱਲ ਤਾਂ ਇਹ ਗੁਰੂ ਸਾਹਿਬ ਦੀ ਬਾਣੀ ਉਹਨਾਂ ਦੀ ਆਪਣੀ ਉਚਾਰਨ ਕੀਤੀ ਹੋਈ ਹੈ, ਜਦੋਂ ਕਿ ਇਹ ਸਾਰੇ ਚਿੱਤਰ, ਇਹ ਤਸਵੀਰਾਂ ਜਿਹੜੀਆਂ ਨੇ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ, ਲੋਕਾਂ ਨੇ ਸਾਨੂੰ ਦਿੱਤੀਆਂ ਨੇ, ਲੋਕਾਂ ਤੋਂ ਅਸੀਂ ਇਹ ਲੈ ਲਈਆਂ ਜਾਂ ਉਹਨਾਂ ਦੀ ਨਕਲ ਮਾਰ ਕੇ ਅਸੀਂ ਬਣਾ ਲਈਆਂ। ਇਹ ਸਾਰਾ ਕੁਝ ਇਸ ਤਰ੍ਹਾਂ ਆਇਆ। ਹੁਣ ਸਾਡੇ ਲਈ ਸਭ ਤੋਂ ਮਹੱਤਵਪੂਰਨ ਇੰਪੋਰਟੈਂਟ ਚੀਜ਼ ਕਿਹੜੀ ਹੋਣੀ ਚਾਹੀਦੀ ਹੈ? ਗੁਰੂ ਸਾਹਿਬ ਦਾ ਉਪਦੇਸ਼ ਕਿ ਜਾਂ ਲੋਕਾਂ ਦੀਆਂ ਕਲਾਕਿਰਤਾਂ? ਪਹਿਲਾ ਤਾਂ ਇਸ ਗੱਲ 'ਤੇ ਨਿਰਣਾ ਹੋ ਜਾਊਗਾ। ਠੀਕ ਹੈ। ਦੂਸਰੀ ਚੀਜ਼ ਇਹ ਹੈ ਕਿ ਜਿਹੜੇ ਆਰਗੂਮੈਂਟ ਜਾਂ ਅਸੀਂ ਦਲੀਲਾਂ ਦਿੰਦੇ ਹਾਂ ਆਪਣੇ ਹੱਕ ਵਿੱਚ ਵੀ ਇਹ ਸਾਨੂੰ ਵੇਖ ਕੇ ਚੇਤਾ ਆਉਂਦਾ ਜੀ, ਇਸ ਤਰ੍ਹਾਂ ਗੁਰੂ ਸਾਹਿਬ ਨੂੰ ਚੇਤੇ ਕਰਨ ਦਾ ਮਤਲਬ ਕੀ ਆ? ਕਿ ਮੇਰੀ ਦੁਕਾਨ ਵਿੱਚ ਜੇ ਗੁਰੂ ਸਾਹਿਬ ਦੀ ਫੋਟੋ ਲੱਗੀ ਹੋਈ ਆ ਤੇ ਮੈਂ ਕਿਸੇ ਨੂੰ ਸਮਾਨ ਵੀ ਪੂਰਾ ਤੋਲ ਕੇ ਨਹੀਂ ਦੇ ਰਿਹਾ, ਪੈਸੇ ਮੈਂ ਵੱਧ ਲੈ ਰਿਹਾ, ਭਾਵ ਰੇਟ ਦੇਣਾ ਮੇਰਾ ਹੱਕ ਆ, ਪਰ ਉਹਨੂੰ ਚੀਜ਼ ਪੂਰੀ ਦੇਣਾ ਤੇ ਸਹੀ ਰੂਪ 'ਚ ਦੇਣਾ ਇਹ ਉਹਦਾ ਹੱਕ ਆ, ਉਹਦਾ ਮੈਂ ਹੱਕ ਮਾਰ ਰਿਹਾ। ਕੀ ਅਸੀਂ ਬੇਈਮਾਨੀ, ਚੋਰੀ, ਠੱਗੀ, ਸਾਰਾ ਕੁਝ ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਵੇਖ ਕੇ ਛੱਡ ਦਿੱਤੀ ਹੈ? ਗੁਰੂ ਸਾਹਿਬ ਦਾ ਸਾਡੇ ਚੇਤ ਵਿੱਚ ਆਉਣ ਦਾ ਅਸਲ ਮਤਲਬ ਹੈ ਵੀ ਅਸੀਂ ਗੁਰੂ ਨੂੰ ਫੋਲੋ ਕਰੀਏ, ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ, ਉਹੋ ਜਿਹਾ ਜੀਵਨ ਅਪਣਾਈਏ ਜਿਹੋ ਜਿਹਾ ਗੁਰੂ ਸਾਹਿਬ ਸਾਨੂੰ ਨਾਮ ਜਪੋ, ਧਰਮ ਦੀ ਕਿਰਤ ਕਰੋ ਔਰ ਵੰਡ ਛਕੋ ਦਾ ਬਖਸ਼ਿਸ਼ ਕਰ ਰਹੇ ਹਨ। ਦੂਸਰੀ ਚੀਜ਼ ਵੀ, ਜੇ ਸਾਨੂੰ ਗੁਰੂ ਨਾਨਕ ਸਾਹਿਬ ਚੇਤੇ ਆ ਰਹੇ ਨੇ ਤੇ ਕੀ ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ਨਹੀਂ ਚੇਤੇ ਆ ਰਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਨਿਰਾਕਾਰ ਅਕਾਲ ਪੁਰਖ ਦੀ ਉਪਾਸਨਾ ਨਾਲ ਜੋੜਿਆ ਔਰ ਸ਼ਬਦ ਗੁਰੂ ਦਾ ਸਿਧਾਂਤ ਬਖਸ਼ਿਸ਼ ਕੀਤਾ? ਠੀਕ ਹੈ। ਗੁਰੂ ਦੀ ਗੱਲ ਕਿਉਂ ਸਾਨੂੰ ਭੁੱਲ ਜਾਂਦੀ ਹੈ? ਜਿੱਥੇ ਕਹਿਣ ਤੋਂ ਮਤਲਬ ਇਹ ਆ ਵੀ ਜਿਹੜਾ ਅਸਲ ਪਿਕਚਰ ਆ ਗੁਰੂ ਦੀ, ਉਹ ਉਹਨਾਂ ਦੀ ਗਿਆਨ ਦੀ ਤਸਵੀਰ ਅਸੀਂ ਦੇਖਣੀ ਆ, ਗਿਆਨ ਦੀ ਪਿਕਚਰ ਨੂੰ ਅਸੀਂ ਤੱਕਣਾ ਆ। ਮੈਨੂੰ ਯਾਦ ਆ ਜੀ, ਇੱਕ ਡੇਰੇਦਾਰ ਦੇ ਫੋਲੋਵਰ ਨੇ ਜਿਹੜਾ ਕਿ ਜਿਨ੍ਹਾਂ ਨੂੰ ਅਸੀਂ, ਕਿਉਂਕਿ ਡੇਰੇਦਾਰਾਂ ਦੀਆਂ ਵੀ ਕਈ ਪਰਤਾਂ ਨੇ, ਤਾਂ ਉਹ ਇੱਕ ਐਂਟੀ ਸਿੱਖ ਡੇਰੇਦਾਰ, ਠੀਕ ਹੈ, ਉਹਦੇ ਫੋਲੋਵਰ ਨੇ ਜਿਹੜਾ ਕਿ ਸਾਬਤ ਸੂਰਤ ਸੀਗਾ, ਉਹਨੇ ਮੈਨੂੰ ਇੱਕ ਬਾਣੀ ਦੀ ਪੰਕਤੀ ਕੋਡ ਕਰਕੇ ਸੁਣਾਈ। ਕਹਿੰਦਾ ਜੀ, ਤੁਸੀਂ ਕਿਵੇਂ ਕਹਿ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਵਾ ਵੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੀ ਮੂਰਤੀ ਦਾ ਮਨ 'ਚ ਧਿਆਨ ਕਰੋ, ਤੇ ਇਸ ਵਾਸਤੇ ਸਾਨੂੰ ਦੇਹਧਾਰੀ ਸਰੀਰਕ ਗੁਰੂ ਲੱਭਣਾ ਪਊਗਾ। ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ, ਇੱਕ ਉਹ ਨੇ ਜਿਹੜੇ ਦੇਹਧਾਰੀ ਪ੍ਰਥਾ ਉੱਤੇ ਅਜੇ ਵੀ ਖੜੇ ਨੇ, ਦੂਜੇ ਇਹ ਨੇ ਜਿਹੜੇ ਦੇਹਧਾਰੀ ਪ੍ਰਥਾ ਵੱਲ ਤੇ ਨਹੀਂ ਗਏ, ਪਰ ਉਹਨਾਂ ਨੇ ਗੁਰੂ ਸਾਹਿਬ ਜੀ ਦੀਆਂ ਦੇਹ ਰੂਪ ਵਿੱਚ ਸਰੀਰਾਂ ਦੀਆਂ ਤਸਵੀਰਾਂ ਜਾਂ ਮੂਰਤੀਆਂ ਬਣਾ ਕੇ ਉਹਨਾਂ ਨੂੰ ਆਪਣੇ ਵਿੱਚ ਰੱਖ ਲਿਆ। ਠੀਕ ਹੈ। ਜੁੜੇ ਦੋਵੇਂ ਹੀ ਦੇਹ ਦੇ ਨਾਲ ਹੋਏ ਨੇ। ਉਹ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਦਾ ਕਨਸੈਪਟ ਆ, ਉਹ ਦੋਵਾਂ ਥਾਵਾਂ 'ਤੇ ਖੁਰਦਾ ਨਜ਼ਰ ਆਉਂਦਾ। ਉਹਨੇ ਜਦੋਂ ਇਹ ਪੰਕਤੀ ਕੋਡ ਕੀਤੀ, ਮੈਂ ਇਹਨੂੰ ਬੇਨਤੀ ਕੀਤੀ ਵੀ ਇਹਦੋਂ ਅਗਲੀ ਪੰਕਤੀ ਵੀ ਤੁਸੀਂ ਨਾਲ ਪੜ੍ਹੋ, ਵੀ ਗੁਰੂ ਸਾਹਿਬ ਦਾ ਪੂਰਾ ਵਿਚਾਰ ਸਾਨੂੰ, ਕਿਸੇ ਦੀ ਗੱਲ ਨੂੰ ਵਿੱਚੋਂ ਟੋਕ ਕੇ ਉਹਦਾ ਆਪਣਾ ਮਤਲਬ ਕੱਢਣ ਦਾ ਮਤਲਬ ਇਹ ਚਲਾਕੀ ਹੁੰਦੀ ਆ। ਕਿਸੇ ਦੀ ਪੂਰੀ ਗੱਲ ਨੂੰ ਸੁਣ ਕੇ ਫਿਰ ਉਹਦਾ ਨਿਚੋੜ ਸਮਝਣਾ ਵੀ ਕੀ ਕਹਿਣਾ ਚਾਹੁੰਦਾ ਵਾ। ਸਹੀ ਗੱਲ ਤਾਂ ਹੀ ਸਾਨੂੰ ਸਮਝ ਵਿੱਚ ਆਉਂਦੀ ਹੈ ਜਦੋਂ ਅਸੀਂ ਕਿਸੇ ਦੇ ਪੂਰੇ ਵਿਚਾਰ ਨੂੰ ਸੁਣਦੇ ਹਾਂ। ਅਗਲੇ ਪਾਸੇ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜੋ ਇਸ ਪੰਕਤੀ ਦੇ ਅਗਲੇ ਪਾਸੇ ਜੋ ਅਗਲੀ ਪੰਕਤੀ ਕਹੀ ਕਿ ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਮਨ ਵਿੱਚ ਵਸਾ, ਇਹ ਗੁਰੂ ਦੀ ਮੂਰਤ ਹੈ, ਇਹਦਾ ਧਿਆਨ ਕਰ। ਠੀਕ ਹੈ। ਹੁਣ ਇਹਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਦੀ ਹੈ। ਭਾਈ ਗੁਰਦਾਸ ਜੀ ਨੇ ਇਹਨੂੰ ਹੋਰ ਸੋਹਣਾ ਐਕਸਪਲੇਨ ਕਰਦਿਆਂ ਇੱਕੇ ਪੰਕਤੀ ਦੇ ਵਿੱਚ ਇਹਦੇ ਦੋਵਾਂ ਪੰਕਤੀਆਂ ਦੇ ਅਰਥ ਕਰਦਿਆਂ ਕਿਹਾ, ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟਿਆ ਹੈ। ਠੀਕ ਹੈ। ਵੀ ਗੁਰੂ ਦੀ ਮੂਰਤ, ਗੁਰੂ ਦਾ ਸ਼ਬਦ ਆ ਜਿਹੜਾ ਗੁਰੂ ਦੀ ਸੰਗਤ ਵਿੱਚ ਆ ਕੇ ਸਾਡੇ ਮਨ ਵਿੱਚ ਵਸ ਜਾਂਦਾ ਹੈ। ਠੀਕ ਹੈ।
ਹੁਣ ਕੀ ਅਸੀਂ ਇਹਨਾਂ ਸਾਰੀਆਂ ਪੰਕਤੀਆਂ ਨੂੰ ਜੇ ਹੁਣ ਐਸੇ ਚਲਾਕ ਲੋਕ ਇਹੋ ਜਿਹੀਆਂ ਅੱਧੀਆਂ ਪੰਕਤੀਆਂ ਕੋਡ ਕਰਕੇ ਤਾਂ ਲੋਕਾਂ ਨੂੰ ਇਹ ਜਤਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਜਿੰਨੀ ਵੀ ਮਨਮਤ ਆ ਵੀ ਇਹਦੇ ਤੇ ਤਾਂ ਗੁਰਬਾਣੀ ਮੋਹਰ ਲਾ ਰਹੀ ਆ। ਠੀਕ ਹੈ। ਇਸ ਤਰ੍ਹਾਂ ਉਹ ਲੋਕਾਂ ਨੂੰ ਉਲਝਾਉਂਦੇ ਨੇ, ਭੁਲੇਖੇ 'ਚ ਪਾਉਂਦੇ ਨੇ ਗੁਰੂ ਦੇ ਨਾਂ ਦੇ ਉੱਤੇ। ਦੂਸਰੀ ਚੀਜ਼ ਇੱਕ ਹੋਰ ਜਿਹੜੀ ਮੈਂ ਕਹਿਣੀ ਚਾਹੁੰਦਾ ਵੀ ਇਹ ਤਸਵੀਰਾਂ ਸਾਡੇ ਵਿੱਚ ਜਿਹੜੀ ਪਹਿਲੀ ਤਸਵੀਰ ਸੀ ਸ਼ਾਇਦ ਸ਼ੋਭਾ ਸਿੰਘ ਨੇ ਬਣਾ ਕੇ ਸਾਜੇ 'ਚ ਉਹਨੂੰ ਲਾਗੂ ਕੀਤਾ ਸੀਗਾ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣ ਜਾ ਰਹੀ ਸੀ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਬੜਾ ਹੀ ਡਟਵਾਂ ਵਿਰੋਧ ਕੀਤਾ ਸੀਗਾ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਰਥਕਾਰ ਨੇ। ਅੱਛਾ ਜੀ। ਉਹਨਾਂ ਨੇ ਇੱਕ ਆਰਟੀਕਲ ਵੀ ਆਪਣੀ ਪੁਸਤਕ ਦੇ ਵਿੱਚ ਇਸ ਪ੍ਰਥਾਏ ਲਿਖਿਆ ਔਰ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਇਹ ਅਪੀਲ ਕੀਤੀ ਵੀ ਤੁਸੀਂ ਇਹਨੂੰ ਮਾਨਤਾ ਨਾ ਦਿਓ, ਕਿਉਂਕਿ ਗੁਰਮਤ ਦੇ ਵਿੱਚ ਮੂਰਤੀ ਪੂਜਾ ਜਾਂ ਤਸਵੀਰ ਪੂਜਾ ਦੀ ਕੋਈ ਵਿਧੀ ਨਹੀਂ। ਠੀਕ ਹੈ। ਸ਼ੋਭਾ ਸਿੰਘ ਦੀ ਬਣਾਈ ਹੋਈ ਤਸਵੀਰ ਮਨੋਕਲਪਤ ਆ, ਇਹ ਆਪਣੇ ਢੰਗ ਨਾਲ ਕਾਲਪਨਿਕ ਤਸਵੀਰ ਬਣਾ ਕੇ ਗੁਰੂ ਸਾਹਿਬ ਨੂੰ ਇਸ ਢੰਗ ਨਾਲ ਮੂਰਤੀ ਪੂਜਾ ਦੇ ਵਿੱਚ ਉਹਨਾਂ ਦੀ ਸ਼ਖਸੀਅਤ ਨੂੰ ਰਲਗੱਡ ਕਰੂਗਾ। ਠੀਕ ਹੈ। ਪਰ ਸਾਡੇ ਕਿਉਂਕਿ ਜਿਹੜੇ ਪ੍ਰਬੰਧਕ ਟਾਈਪ ਦੇ ਲੋਕ ਹੁੰਦੇ ਨੇ ਉਹਨਾਂ 'ਚ ਇੱਕ ਸੱਤਾ ਦੀ ਬੜੀ ਅਜੀਬ ਜਿਹੀ ਭੁੱਖ ਹੁੰਦੀ ਆ ਔਰ ਗੁਰਮਤ ਦੇ ਸਿਧਾਂਤ ਉੱਤੇ ਖੜੇ ਰਹਿਣਾ ਕਈ ਵਾਰ ਉਹਨਾਂ ਦੇ ਵੱਸ ਦੀ ਖੇਡ ਨਹੀਂ ਹੁੰਦੀ। ਤਾਂ ਇਸ ਤਰ੍ਹਾਂ ਉਹਨਾਂ ਨੂੰ ਕੁਝ ਮਾਨਤਾ ਦੇ ਕੇ ਕੁਝ ਨਾ ਦੇ ਕੇ ਕਰਾ ਕੇ ਉਹਨੂੰ ਅਸੀਂ ਸ਼ੋਭਾ ਸਿੰਘ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਤਸਵੀਰਾਂ ਸੀ ਉਹਨੂੰ ਪ੍ਰਵਾਨ ਕਰ ਲਿਆ, ਮੂਰਤੀ ਰੂਪ ਵਿੱਚ ਉਹਨੂੰ ਲਾਗੂ ਕਰ ਹੀ ਲਿਆ। ਅਸੀਂ ਅਣਮੰਨੇ ਮਨ ਨਾਲ ਕਹਿ ਲਓ ਜਾਂ ਸਹੀ ਰੂਪ ਵਿੱਚ ਕਹਿ ਲਓ, ਜਿਸ ਤਰ੍ਹਾਂ ਵੀ। ਠੀਕ ਹੈ। ਪਰ ਅੱਜ ਕੀ ਵੇਖਣ ਦੇ ਵਿੱਚ ਆਉਂਦਾ ਕਿ ਇਕੱਲੀ ਗੱਲ ਕਾਗਜ਼ ਦੀਆਂ ਤਸਵੀਰਾਂ ਤੱਕ ਸੀਮਤ ਨਹੀਂ ਰਹੀ। ਤੁਸੀਂ ਨਿੱਕੇ ਨਿੱਕੇ ਸਟੈਚੂ ਵੇਖੋਗੇ, ਇੱਕ ਤਾਂ ਕਾਰਾਂ ਦੇ ਡੈਸ਼ਬੋਰਡ ਤੇ ਲੱਗੀਆਂ ਹੋਈਆਂ ਗੁਰੂ ਸਾਹਿਬ ਦੀਆਂ ਜਿਹੜੀ ਮੂਰਤੀ ਰੂਪ ਵਿੱਚ, ਤੇ ਹੁਣ ਤਾਂ ਤਕਰੀਬਨ 6-7 ਇੰਚ ਦੇ, 1 ਫੁੱਟ ਦੇ, 2-3 ਫੁੱਟ ਦੇ ਜਿਹੜੇ ਨੇ ਜਾਂ ਇਸ ਤੋਂ ਵੀ ਵੱਡੇ ਬੁੱਤ ਗੁਰੂ ਸਾਹਿਬ ਦੇ ਬਣ ਕੇ ਚਾਈਨਾ ਮੇਡ ਟਾਈਪ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਆ ਗਏ ਨੇ। ਅੱਛਾ ਜੀ। ਔਰ ਉਹ ਕਈ ਸਟਾਲਾਂ ਦੇ ਉੱਤੇ ਵਿਕਦੇ ਨੇ। ਠੀਕ ਹੈ। ਉਹਨਾਂ ਵੱਲ ਹੁਣ ਸਾਡੇ ਧਾਰਮਿਕ ਲੋਕਾਂ ਨੂੰ ਪਤਾ ਵੀ ਐਸੀ ਤਾਂ ਗੱਲ ਹੈ ਨਹੀਂ, ਸਾਡੇ ਧਾਰਮਿਕ ਲੀਡਰਾਂ ਨੂੰ ਪਤਾ ਨਾ ਹੋਵੇ। ਅੱਛਾ, ਤੁਸੀਂ ਕਿਹਾ ਸਟਾਲਾਂ ਦੇ ਉੱਪਰ ਵਿਕਦੇ, ਮੈਂ ਆਮ ਹੀ ਦੇਖਿਆ ਜਿੱਦਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਕ ਨੇ, ਚਾਹੇ ਦਰਬਾਰ ਸਾਹਿਬ ਚੱਲ ਜਾਓ, ਚਾਹੇ ਤੁਸੀਂ ਹਜ਼ੂਰ ਸਾਹਿਬ ਚੱਲ ਜਾਓ, ਜਾਂ ਤੁਸੀਂ ਆਪਣਾ ਕਿਤੇ ਵੀ ਪਟਨਾ ਸਾਹਿਬ ਚੱਲ ਜਾਓ, ਅਨੰਦਪੁਰ ਸਾਹਿਬ ਚੱਲ ਜਾਓ, ਜਿੰਨੀਆਂ ਵੀ ਉੱਥੇ ਦੁਕਾਨਾਂ ਨੇ ਉਹਨਾਂ ਦੇ ਉੱਤੇ ਸਟੈਚੂ ਜਿਹੜੇ ਨੇ ਉਹ ਵਿਕਦੇ ਨੇ, ਮੂਰਤੀਆਂ ਵਿਕਦੀਆਂ ਨੇ ਗੁਰੂ ਪਾਤਸ਼ਾਹ ਦੀਆਂ। ਕੀ ਜਿਹੜੇ ਉੱਥੇ ਦੇ ਪ੍ਰਬੰਧਕ ਲੋਕ ਨੇ ਕੀ ਉਹ ਇਹ ਸੋਚਦੇ ਨਹੀਂ ਗੇ ਵੀ ਇਹ ਮਨਮਤ ਆ? ਵੇਖੋ ਜੀ, ਇਹ ਤਾਂ ਇਹਨਾਂ ਲੋਕਾਂ 'ਚ ਇੰਨਾ ਦੰਭ ਤੇ ਝੂਠ ਆ ਕਿ ਉਹਨਾਂ ਸਟਾਲਾਂ ਦਾ ਦੁਕਾਨਾਂ ਵਾਲਿਆਂ ਤੋਂ ਠੇਕਾ ਲੈਂਦੇ ਨੇ। ਉਹਨਾਂ ਦੀ ਸਟਾਲ ਜਾਂ ਦੁਕਾਨ ਲੱਗਣ ਦਾ, ਰੇਹੜੀਆਂ ਤੱਕ ਲੱਗਣ ਦਾ ਇਹ ਠੇਕਾ ਲੈਂਦੇ ਨੇ। ਠੀਕ ਹੈ। ਉਹ ਪੈਸੇ ਲੈ ਲੈਂਦੇ ਨੇ ਔਰ ਉਹ ਜੋ ਮਰਜ਼ੀ ਵੇਚਣ ਉਸ ਜਗ੍ਹਾ ਦੇ ਉੱਤੇ, ਜਾਨੀ ਕਿ ਇੱਕ ਬਿਜ਼ਨਸ ਮਾਈਂਡਡ ਲੋਕ ਨੇ। ਇਹਨਾਂ ਨੂੰ ਨਾ ਸਿੱਖੀ ਸਿਧਾਂਤ, ਨਾ ਸਿੱਖੀ ਵਿਚਾਰਧਾਰਾ, ਨਾ ਸਿੱਖ ਫਲਸਫੇ ਨਾਲ ਕੋਈ ਲੈਣ ਦੇਣਾ। ਇਹ ਤਾਂ ਸਿੱਖੀ ਨੂੰ ਤਬਾਹ ਕਰਨ ਦੇ ਉੱਤੇ ਤੁੱਲੇ ਹੋਏ ਨੇ। ਇਹਨਾਂ ਦੀ ਗੋਲਕ ਭਰਨੀ ਚਾਹੀਦੀ, ਪੈਸਾ ਆਉਣਾ ਚਾਹੀਦਾ, ਲੋਕ ਆਉਣੇ ਚਾਹੀਦੇ ਆ, ਪੂਜਾ ਭੇਟਾ ਚੜ੍ਹਨੀ ਚਾਹੀਦੀ ਹੈ। ਇਹਨਾਂ ਵੱਲੋਂ ਜੋ ਮਰਜ਼ੀ ਹੁੰਦਾ ਰਹੇ। ਦੂਸਰੀ ਇੱਕ ਗੱਲ ਮੈਂ ਜਿਹੜੀ ਜ਼ਰੂਰੀ ਕਹਿਣੀ ਚਾਹੁੰਦਾ ਕਿ ਜਿਹੜੇ ਸੱਜਣ ਸਾਡੇ 'ਚੋਂ ਇਹ ਦਲੀਲ ਦਿੰਦੇ ਨੇ ਜੀ ਕੀ ਪ੍ਰੋਬਲਮ ਆ ਜੇ ਅਸੀਂ ਗੁਰੂ ਸਾਹਿਬ ਦੀ ਤਸਵੀਰ ਬਣਾਉਂਦੇ, ਕੋਈ ਵੇਖ ਕੇ ਚੇਤੇ ਹੀ ਕਰ ਲੂ। ਤੁਸੀਂ ਗੁਰੂ ਸਾਹਿਬ ਜੀ ਦੇ ਸ਼ਬਦਾਂ ਦਾ ਪ੍ਰਿੰਟ ਕੱਢ ਕੇ ਕਿਉਂ ਨਹੀਂ ਉਹਨਾਂ ਨੂੰ ਤਸਵੀਰ ਰੂਪ ਵਿੱਚ ਲਾਉਂਦੇ? ਆਹ ਪੜੋਗੇ ਤੁਹਾਨੂੰ ਯਾਦ ਰਹੂ ਕੀ ਮੈਸੇਜ ਹੈ। ਬਹੁਤ ਸੌਖਾ ਢੰਗ ਆ। ਤੁਸੀਂ ਕਿਸੇ ਮੁਸਲਮਾਨ ਵੀਰ ਦੇ ਘਰ ਜਾਓ, ਉਹਦੇ ਘਰ ਤੁਸੀਂ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਤਾਂ ਕੀ ਉਹਨਾਂ ਦੇ ਦੋਹਤੇ ਜਾਂ ਖਲੀਫਿਆਂ ਦੀ ਤਸਵੀਰ ਵੀ ਨਹੀਂ ਵੇਖੋਗੇ। ਸਵਾਏ ਮੱਕਾ ਦੀ, ਮੱਕਾ ਸ਼ਰੀਫ ਦੀ ਜਿਹੜੀ ਮਸਜਿਦ ਆ ਉਹਦੀ ਤਸਵੀਰ ਤੋਂ ਬਿਨਾਂ ਕਿ ਕੋਈ ਹੋਰ ਤਸਵੀਰ ਨਹੀਂ ਤੁਹਾਨੂੰ। ਹਾਂ, ਉੱਥੇ ਤੁਹਾਨੂੰ ਕਲਮੇ ਲਿਖੇ ਹੋਏ, ਪ੍ਰਿੰਟ ਕੀਤੇ ਹੋਏ, ਉਹ ਫਰੇਮ 'ਚ ਜੜੇ ਹੋਏ ਜ਼ਰੂਰ ਤੁਸੀਂ ਉਹਨਾਂ ਦੀਆਂ ਕੰਧਾਂ ਤੇ ਵੇਖੋਗੇ। ਠੀਕ ਹੈ। ਜਿਹੜੇ ਸੱਜਣ ਇਹ ਕਹਿੰਦੇ ਜੀ ਗੁਰੂ ਚੇਤੇ ਆਉਂਦਾ ਸਾਨੂੰ, ਉਹ ਸੱਜਣ ਇਸ ਗੱਲ ਦੀ ਦਲੀਲ ਦੇਣਗੇ ਵੀ 1400 ਸਾਲ ਤੋਂ ਉੱਤੇ ਦਾ ਇਸਲਾਮ ਦਾ ਇਤਿਹਾਸ ਆ। ਮੁਸਲਮਾਨ ਵੀਰ ਤਾਂ ਅਜੇ ਤੱਕ ਹਜ਼ਰਤ ਸਾਹਿਬ ਨੂੰ ਭੁੱਲੇ ਨਹੀਂ। ਉਹਨਾਂ 'ਚ ਉਹ ਯਕੀਨ, ਉਹ ਵਿਸ਼ਵਾਸ, ਉਹ ਗੱਲ ਉਹਨਾਂ ਦੇ ਮਨਾਂ 'ਚ ਵਸੀ ਆ। ਪਿੱਛੇ ਜਿਹੇ ਯੂਰਪ ਦੀ ਇੱਕ ਨਿੱਕੇ ਜਿਹੇ ਮੁਲਕ ਨੇ, ਡੈਨਮਾਰਕ ਦੀ ਅਖਬਾਰ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਕਾਰਟੂਨ ਛਾਪਿਆ। ਸਾਰੀ ਦੁਨੀਆ ਦੇ ਵਿੱਚ ਇੱਕ ਤਹਿਲਕਾ ਮਚ ਗਿਆ ਵੀ ਹਜ਼ਰਤ ਸਾਹਿਬ ਦੀ ਤਸਵੀਰ ਅਜੇ ਤੱਕ ਇਸਲਾਮ ਨੂੰ ਫੋਲੋ ਕਰਨ ਵਾਲਿਆਂ ਨਹੀਂ ਬਣਾਈ, ਇਹ ਕਾਰਟੂਨ ਕਿਵੇਂ ਛਾਪ ਸਕਦਾ? ਹੁਣ ਇਹਦੇ ਬਰਾਬਰ ਤੁਸੀਂ ਆਪਣੇ ਆਪ ਨੂੰ ਰੱਖ ਕੇ ਵੇਖੋ, ਜਿੰਨੇ ਚਿੱਤਰਕਾਰਾਂ ਜਾਂ ਲੋਕਾਂ ਦੀਆਂ ਬਣੀਆਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਨੂੰ ਬਰਾਬਰ ਰੱਖ ਕੇ ਵੇਖੋ, ਕੀ ਘੱਟ ਰਹਿਣ ਦਿੱਤਾ ਉਹਨਾਂ ਨੇ? ਗੁਰੂ ਸਾਹਿਬਾਨ ਦਾ ਜਿਸ ਢੰਗ ਦੇ ਨਾਲ ਉਹਨਾਂ ਨੇ ਜੀਵਨ ਕਿਰਦਾਰ ਵਿਖਾਉਣ ਦੀ ਕੋਸ਼ਿਸ਼ ਕੀਤੀ, ਕੀ ਇਹ ਕੋਈ ਮਾਇਨੇ ਰੱਖਦੀ ਹੈ ਗੱਲ? ਫਿਰ ਉਹਨਾਂ ਤਸਵੀਰਾਂ ਵੱਲ ਵੇਖ ਕੇ ਲੋਕ ਸਾਡੇ ਗੁਰੂ ਸਾਹਿਬਾਨਾਂ ਦੀਆਂ ਨਕਲਾਂ ਉਤਾਰਨ ਲੱਗ ਪਏ।
ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ ਸਾਡੇ ਸਮਝਣ ਵਾਲੀਆਂ ਵੀ ਉਹਨਾਂ ਤਸਵੀਰਾਂ ਦੇ ਰੋਲ ਵੱਲ ਵੇਖ ਕੇ ਕੁਝ ਨਕਲੀ ਦੰਭੀ ਡੇਰੇਦਾਰਾਂ ਨੇ ਆਪਣੇ ਆਪ ਨੂੰ ਗੁਰੂ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ। ਇਹ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਇਹ ਸਾਨੂੰ ਬੜੇ ਢੰਗ ਨਾਲ ਨਜਿੱਠਣ ਦੀ ਲੋੜ ਆ ਆਪਣੇ ਆਪ ਵੱਲ ਵੀ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋਵਾਂਗੇ ਤੇ ਕੋਈ ਗੁਰੂ ਸਾਹਿਬ ਦੀ ਬਰਾਬਰੀ ਕਰਨ ਦੀ ਜ਼ਰੂਰਤ ਹੀ ਨਹੀਂ ਕਰੂਗਾ। ਬਿਲਕੁਲ ਠੀਕ। ਕਿਸੇ ਦੇ ਮਨ ਦਾ ਖਿਆਲ ਹੀ ਪੈਦਾ ਨਹੀਂ ਹੋਊਗਾ ਵੀ ਮੈਂ ਇਹਨਾਂ ਨੂੰ ਇਹਨਾਂ ਦੇ ਗੁਰੂ ਵਰਗਾ ਬਣ ਕੇ ਵਿਖਾਵਾਂ, ਕਿਉਂਕਿ ਗੁਰਬਾਣੀ ਦੇ ਵਿੱਚੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਤੇ ਦੀਦਾਰ ਕਰਨੇ ਨੇ। ਇੱਕ ਛੋਟੀ ਜਿਹੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਸ਼ੋਭਾ ਸਿੰਘ ਹੋਣਾ ਨੇ ਆਪਣੀ ਤਸਵੀਰ ਜਿਹੜੀ ਸੀ ਉਹਦੀ ਘੁੰਡ ਚੁਕਾਈ ਕਰਾਉਣੀ ਸੀਗੀ, ਪਰਦਾ ਹਟਾਉਣਾ ਸੀ, ਤਾਂ ਉਹ ਭਾਈ ਵੀਰ ਸਿੰਘ ਕੋਲ ਚਲੇ ਗਏ। ਅੱਛਾ ਜੀ। ਭਾਈ ਵੀਰ ਸਿੰਘ ਹੋਣਾ ਨੂੰ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਵੀ ਤੁਸੀਂ ਮੇਰੀ ਜਿਹੜੀ ਤਸਵੀਰ ਮੈਂ ਬਣਾਈ ਗੁਰੂ ਨਾਨਕ ਸਾਹਿਬ ਦੀ, ਇਹਦੀ ਤੁਸੀਂ ਘੁੰਡ ਚੁਕਾਈ ਕਰੋ। ਠੀਕ ਹੈ। ਮੈਂ ਤੁਹਾਡੇ ਹੱਥਾਂ ਨਾਲ ਇਹਨੂੰ ਰਿਲੀਜ਼ ਕਰਾਉਣਾ ਚਾਹੁੰਦਾ। ਉਹਨਾਂ ਨੇ ਉਹ ਤਸਵੀਰ ਤੋਂ ਮਾੜਾ ਜਿਹਾ ਪੱਲਾ ਚੁੱਕਿਆ ਤੇ ਵੇਖਿਆ ਤੇ ਢੱਕ ਦਿੱਤਾ। ਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ, ਕਹਿਣ ਲੱਗੇ ਸ਼ੋਭਾ ਸਿਆਂ ਇਹ ਮੇਰੇ ਗੁਰੂ ਦੀ ਤਸਵੀਰ ਨਹੀਂ ਹੋ ਸਕਦੀ। ਉਹਨੇ ਪੁੱਛਿਆ ਜੀ ਕਿਉਂ? ਮੈਂ ਬੜੀ ਮਿਹਨਤ ਨਾਲ ਬਣਾਈ ਆ, ਮੇਰੀ ਆਪਣੀ ਕਲਾ। ਉਹਨਾਂ ਸਮਿਆਂ ਦੇ ਵਿੱਚ ਜਿਹੜੀਆਂ ਬਾਲੀਵੁੱਡ ਦੀਆਂ ਅਭਿਨੇਤਰੀਆਂ ਹੁੰਦੀਆਂ ਸੀ ਦੋ, ਨਰਗਿਸ ਤੇ ਮਧੂਬਾਲਾ, ਭਾਈ ਵੀਰ ਸਿੰਘ ਨੇ ਵਿਅੰਗ ਕੱਸਦਿਆਂ ਕਿਹਾ ਵੀ ਇਹਦੀਆਂ ਅੱਖਾਂ ਜਿਹੜੀਆਂ ਨੇ ਉਹ ਮਧੂਬਾਲਾ ਨਾਲ ਰਲਦੀਆਂ ਨੇ ਤੇ ਚਿਹਰਾ ਜਿਹੜਾ ਵਾ ਉਹ ਨਰਗਿਸ ਦਾ ਬਣਾ ਕੇ ਉੱਤੇ ਦਾੜੀ ਮੁੱਛਾਂ ਲਾ ਕੇ ਤੂੰ ਸਮਝਦਾ ਗੁਰੂ ਨਾਨਕ ਬਣ ਗਿਆ। ਇਹ ਤਸਵੀਰ ਮੈਂ ਕਦੇ ਆਪਣੇ ਹੱਥਾਂ ਨਾਲ ਰਿਲੀਜ਼ ਨਹੀਂ ਕਰੂੰਗਾ। ਅੱਛਾ ਜੀ। ਯਾਨੀ ਕਿ ਉਸ ਵੇਲੇ ਭਾਈ ਵੀਰ ਸਿੰਘ ਨੇ ਵੀ ਸ਼ੋਭਾ ਸਿੰਘ ਨੂੰ ਇਸ ਗੱਲੋਂ ਟੋਕਿਆ ਵੀ ਤੂੰ ਕਾਲਪਨਿਕ ਚਿਹਰੇ ਦੇ ਉੱਤੇ ਦਾੜੀ ਮੁੱਛਾਂ ਵਾਲਾ ਤੇ ਦਸਤਾਰ ਵਾਲਾ ਜੋ ਸਰੂਪ ਘੜ ਕੇ ਤਾਂ ਤੂੰ ਇਹਨੂੰ ਗੁਰੂ ਨਾਨਕ ਦਾ ਨਾਂ ਦੇ ਰਿਹਾ ਵੀ ਇਹ ਸਿੱਖੀ ਸਿਧਾਂਤ ਜਾਂ ਗੁਰਮਤਿ ਰਹਿਣੀ ਦੇ ਵਿੱਚ ਹੈ ਨਹੀਂ। ਅੱਛਾ ਜੀ। ਭਾਵੇਂ ਕਿ ਅੱਜ ਮੈਂ ਹੈਰਾਨ ਹੁੰਨਾ ਭਾਈ ਵੀਰ ਸਿੰਘ ਦੀਆਂ ਕਿਤਾਬਾਂ ਦੇ ਵਿੱਚ ਵੀ ਗੁਰੂਆਂ ਦੀਆਂ ਤਸਵੀਰਾਂ ਜਿਹੜੀਆਂ ਛਾਪਣ ਵੱਲੋਂ ਛਾਪਕਾਂ ਨੇ ਜਾਂ ਉਹਨਾਂ ਦੇ ਫਾਲੋਵਰਾਂ ਨੇ ਗੁਰੇਜ਼ ਨਹੀਂ ਕੀਤਾ। ਪਤਾ ਨਹੀਂ ਕਿਉਂ। ਉਹਦਾ ਕਾਰਨ ਆ ਕਿ ਅਸੀਂ ਇੱਕ ਭੇਡ ਚਾਲ ਦੇ ਸ਼ਿਕਾਰ ਹੋਣੇ, ਜੋ ਅਸੀਂ ਵੇਖਦੇ ਹਾਂ ਉਹਦੇ ਮਗਰ ਅਸੀਂ ਤੁਰਨ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ। ਤਾਂ ਚਾਹੀਦਾ ਸਾਨੂੰ ਇਹ ਵੀ ਅਸੀਂ ਸ਼ਬਦ ਗੁਰਬਾਣੀ ਦੇ ਪ੍ਰਿੰਟ ਕਰਾ ਕੇ ਅਰਥਾਂ ਸਹਿਤ ਉਹਨਾਂ ਨੂੰ ਬੜੇ ਸੋਹਣੇ ਫਰੇਮ ਕਰਕੇ ਆਪਣੇ ਘਰਾਂ ਦੀਆਂ ਕੰਧਾਂ ਤੇ ਲਾਈਏ, ਅਸੀਂ ਉਹਨਾਂ ਨੂੰ ਪੜ੍ਹੀਏ, ਉਹਨਾਂ ਦੇ ਦਰਸ਼ਨ ਕਰੀਏ, ਉਹਨਾਂ ਨੂੰ ਵੇਖੀਏ। ਇਹਦੇ ਨਾਲ ਸਾਡੇ ਵਿੱਚ ਇਹ ਪਰਪੱਕਤਾ ਆਏਗੀ ਵੀ ਅਸੀਂ ਸ਼ਬਦ ਗੁਰੂ ਦੇ ਫਾਲੋਵਰ ਹਾਂ। ਠੀਕ ਹੈ। ਅਸੀਂ ਗੁਰਬਾਣੀ ਸਿਧਾਂਤ ਨੂੰ ਮੰਨਣ ਵਾਲੇ ਹਾਂ। ਸਾਡੇ 'ਚੋਂ ਮੂਰਤੀ ਪੂਜਾ ਦਾ ਰੁਝਾਨ ਇੱਕ ਮੈਂ ਬੜਾ ਜ਼ਰੂਰੀ ਨੁਕਤਾ ਸਾਂਝਾ ਕਰਨਾ ਚਾਹੁੰਦਾ, ਉਹ ਇਹ ਕਿ ਹੁਣ ਕੋਈ ਵੀ ਚਿੱਤਰਕਾਰ ਜਦੋਂ ਆਪਣੀ ਮਨਮਰਜ਼ੀ ਨਾਲ ਸਾਡੀ ਸੋਚ ਦੇ ਵਿਪਰੀਤ ਕੋਈ ਤਸਵੀਰ ਘੜ ਦਿੰਦਾ ਗੁਰੂ ਸਾਹਿਬਾਂ ਦੀ ਤੇ ਦੁਨੀਆ 'ਚ ਤਹਿਲਕਾ ਮੱਚ ਜਾਂਦਾ। ਅਸੀਂ ਇਹ ਰਲ ਮਿਲ ਕੇ ਇਹੋ ਜਿਹਾ ਮਾਹੌਲ ਕ੍ਰੀਏਟ ਹੀ ਕਿਉਂ ਕੀਤਾ ਜਿਸ ਜਗ੍ਹਾ ਦੇ ਉੱਤੇ ਗੁਰੂ ਸਾਹਿਬਾਂ ਦੀਆਂ ਇਹ ਤਸਵੀਰਾਂ ਵਾਲੇ ਰਾਹ ਦੇ ਉੱਤੇ ਅਸੀਂ ਪਏ ਤੇ ਰੋਜ਼ ਅਸੀਂ ਕਿਸੇ ਨਾ ਕਿਸੇ ਨਵੀਂ ਉਲਝਣ ਤੇ ਲੜਾਈ ਝਗੜੇ 'ਚ ਫਸਦੇ ਹਾਂ। ਯਾਨੀ ਕਿ ਅਸੀਂ ਆਪਣੇ ਗਲ ਆਪ ਹੀ ਜੰਜਾਲ ਪਾ ਲਿਆ ਹੋਇਆ। ਅੱਛਾ, ਜਿਸ ਤਰ੍ਹਾਂ ਦੀ ਉਹਨਾਂ ਦੀ ਤਸਵੀਰ ਬਣਾਈ ਜਾਂਦੀ ਆ ਭਈ ਉਹਨਾਂ ਦੇ ਪੈਰਾਂ ਵਿੱਚ ਖੜਾਵਾਂ ਨੇ, ਉਹਨਾਂ ਦੇ ਹੱਥ ਵਿੱਚ ਡੋਲੂ ਆ, ਜਿੱਦਾਂ ਅੱਜ ਕੱਲ੍ਹ ਦੇ ਸਾਧਾਂ ਦੇ ਹੱਥਾਂ ਵਿੱਚ ਇੱਕ ਡੋਲੂ ਆ, ਇੱਕ ਨਾਲ ਗੜਵਈ ਆ ਕੀ, ਅਤੇ ਜਿਸ ਤਰ੍ਹਾਂ ਦੀ ਉਹਨਾਂ ਦੀ ਦਸਤਾਰ ਸਜਾਈ ਜਾਂਦੀ ਆ, ਗਲ ਵਿੱਚ ਮਾਲਾ ਪਾਈ ਜਾਂਦੀ ਆ, ਉਹ ਇਹਨਾਂ ਸਾਰੀਆਂ ਗੱਲਾਂ ਦੇ ਤੇ ਉਹ ਗੁਰੂ ਪਾਤਸ਼ਾਹ ਦੇ ਵਿਰੋਧੀ ਸਨ। ਅਤੇ ਕੀ ਮਤਲਬ ਇਹਨਾਂ ਗੱਲਾਂ ਨਾਲ ਅਸੀਂ ਜਸਟੀਫਾਈ ਕੀ ਕਰਨਾ ਚਾਹੁੰਦੇ ਹਾਂ? ਸਾਡੇ ਲੋਕ ਕੀ ਜਸਟੀਫਾਈ ਤਸਵੀਰ ਬਣਾਉਣ ਦਾ ਇੱਕ ਪੈਟਰਨ ਆ ਜੀ ਭਾਰਤ ਦੇ ਵਿੱਚ, ਜੋ ਪੁਰਾਣੇ ਸਾਧਾਂ ਦੇ ਜਿਸ ਤਰ੍ਹਾਂ ਦੇ ਲੋਕਾਂ ਦੇ ਦਿਮਾਗ ਵਿੱਚ ਚੀਜ਼ਾਂ ਉਤਰੀਆਂ ਹੋਈਆਂ ਨੇ, ਉਹਨਾਂ ਨੇ ਉਸੇ ਰੂਪ 'ਚ ਗੁਰੂ ਸਾਹਿਬਾਂ ਨੂੰ ਵੀ ਪੇਸ਼ ਕੀਤਾ। ਉਸੇ ਰੂਪ ਵਿੱਚ ਕੋਈ ਤਸਵੀਰਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਨੈਪੋਲੀਅਨ ਦੀ ਤਸਵੀਰ ਵੱਲ ਵੇਖ ਕੇ ਉਹਨਾਂ ਤੋਂ ਆਈਡੀਆ ਲੈ ਕੇ ਉਸੇ ਤਰ੍ਹਾਂ ਘੜੀਆਂ ਨੇ। ਠੀਕ ਹੈ। ਕੁਝ ਕਿਸੇ ਤਰੀਕੇ ਨਾਲ ਘੜੀਆਂ ਨੇ, ਕੁਝ ਜੋਗੀਆਂ ਸਾਧਾਂ ਦੇ ਲਿਬਾਸ ਭੇਸ ਵਿੱਚ ਘੜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਕਲਪਨਾ ਕਰਨ ਵਾਲੇ ਦੀ ਮਰਜ਼ੀ ਆ, ਉਹਨੂੰ ਬਣਾਉਣ ਵਾਲੇ ਵੀ ਉਹ ਕਿਹੋ ਜਿਹੀ ਕਲਪਨਾ ਕਰਦਾ, ਜੋ ਉਹਦੀ ਕਲਪਨਾ ਚਾਹੁੰਦਾ ਵਾ ਉਹ ਉਹਨੂੰ ਹੀ ਸਾਕਾਰ ਰੂਪ ਚਿੱਤਰ ਰੂਪ ਵਿੱਚ ਦਿੰਦਾ। ਕਲਪਨਾ ਹੁਣ ਤੁਸੀਂ ਇੱਕ ਦੇਖੋ ਵੀ ਜਿਸ ਤਰ੍ਹਾਂ ਉਹ ਖੜਾਵਾਂ ਪਾ ਕੇ ਤੇ ਜਿੰਨਾ ਉਹਨਾਂ ਨੇ ਸਫ਼ਰ ਕੀਤਾ ਆ, ਕੀ ਉਹ ਇਸ ਤਰ੍ਹਾਂ ਦੀਆਂ ਖੜਾਵਾਂ ਪਾ ਕੇ, ਇਸ ਤਰ੍ਹਾਂ ਦਾ ਲਿਬਾਸ ਪਾ ਕੇ ਉਹ ਇਹਨਾਂ ਕੁਛ ਕਰ ਸਕਦੇ ਸੀ, ਇਹਨਾਂ ਵਿਚਰ ਸਕਦੇ ਸੀ? ਉਹ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਵਿੱਚ ਬੜੇ ਪਹਿਰਾਵੇ ਬਦਲੇ, ਕਿਉਂਕਿ ਉਹਨਾਂ ਨੂੰ ਜਿੱਥੇ ਜਾਣਾ ਪਿਆ ਉਹੋ ਜਿਹਾ ਪਹਿਰਾਵਾ ਬਦਲਣਾ ਪਿਆ। ਪਰ ਉਹ ਗੁਰੂ ਸਾਹਿਬ ਜੀ ਦਾ ਸਮੇਂ ਦੇ ਲਿਹਾਜ਼ ਜਾਂ ਉੱਥੇ ਗੱਲਬਾਤ ਜਾਂ ਉਪਦੇਸ਼ ਕਰਨ ਦੇ ਨਾਲ, ਜਿਸ ਤਰ੍ਹਾਂ ਭਾਈ ਗੁਰਦਾਸ ਦੀਆਂ ਵਾਰਾਂ 'ਚੋਂ ਸਾਨੂੰ 3 ਪ੍ਰਮਾਣ ਮਿਲਦੇ ਨੇ ਵੀ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਜਾਂ ਫਿਰ ਬਾਬਾ ਹੈ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ। ਇਹ ਯਾਨੀ ਕਿ ਹਾਲਾਤ ਮੁਤਾਬਕ ਆ। ਪਰ ਗੁਰੂ ਨਾਨਕ ਦਾ ਜੋ ਅਸਲ ਬਿੰਬ, ਅਸਲ ਰੂਪ ਆ ਉਹ ਕੀ ਆ? ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਅਸਲ
ਸਹੀ ਮਾਇਨਿਆਂ ਦੇ ਵਿੱਚ ਉਹਨਾਂ ਦੀ ਜੋ ਰੀਅਲ ਲਾਈਫ ਆ ਉਹ ਕੀ ਆ, ਉਹ ਤੁਹਾਨੂੰ ਜਾਣਨ ਵਾਸਤੇ ਉਹਨਾਂ ਦੇ ਉਪਦੇਸ਼ ਸ਼ਬਦ ਵੱਲ ਤੇ ਇਤਿਹਾਸ ਵੱਲ ਪਰਤਣਾ ਪਊਗਾ, ਨਾ ਕਿ ਕਿਸੇ ਕਾਲਪਨਿਕ ਤਸਵੀਰ ਵੱਲ। ਤੋ ਇਹ ਤਾਂ ਕਲਪਨਾ ਕਰਨ ਵਾਲੇ ਦੀ ਮਰਜ਼ੀ, ਉਹ 4 ਮਾਲਾ ਪਾ ਦੇਵੇ, 6 ਪਾ ਦੇਵੇ। ਉਹ ਇੱਕ ਸਾਡੀ ਸਿੱਖ ਸੰਪਰਦਾਇ ਨੇ ਜਿਹੜੀ ਤਸਵੀਰ ਬਣਾਈ ਆ ਉਹਨੂੰ ਵੇਖ ਕੇ ਲੱਗਦਾ ਨਹੀਂ ਕਿ ਗੁਰੂ ਨਾਨਕ ਸਾਹਿਬ ਕੋਈ ਕਿਰਤੀ ਹੋਣਗੇ। ਕਿੰਨੇ ਕਮਜ਼ੋਰ ਜੇ ਸਰੀਰ ਦੇ ਵਿਖਾਏ ਗਏ ਉਹਦੇ ਵਿੱਚ, ਔਰ ਕਿਸ ਢੰਗ ਨਾਲ ਉਹਨਾਂ ਸਾਹਮਣੇ ਫਲ ਫਰੂਟ ਰੱਖ ਦਿੱਤੇ। ਪੁਰਾਣੀਆਂ ਤਸਵੀਰਾਂ ਕੱਢਣ ਵਾਲਿਆਂ ਨੇ ਭਾਈ ਮਰਦਾਨਾ ਨਾਲ ਬਿਠਾਇਆ ਸੀ, ਉਹਨਾਂ ਭਾਈ ਮਰਦਾਨੇ ਨੂੰ ਵੀ ਉਠਾ ਕੇ ਉੱਥੋਂ ਤੇ ਆਪਣੇ ਬਾਬੇ ਨਾਲ 2 ਪਾਸੇ ਬਿਠਾ ਲਏ। ਇੱਕ ਬਾਬੇ ਨੂੰ ਮਗਰ ਖਿਲਾਰ ਕੇ ਉਹ ਗੁਰੂ ਸਾਹਿਬ ਤੇ ਚੌਰ ਕਰਵਾ ਰਿਹਾ। ਯਾਨੀ ਕਿ ਇਹ ਤਾਂ ਇਸੇ ਤਰ੍ਹਾਂ, ਇਹ ਤਾਂ ਕੱਚੀ ਲੱਸੀ ਵਾਂਗ ਇਹਨੂੰ ਜਿੰਨਾ ਮਰਜ਼ੀ ਵਧਾ ਲਓ, ਇਹ ਤਾਂ ਵੱਧਦਾ ਹੀ ਜਾਊਗਾ, ਇਹ ਰੁਕੂਗਾ ਨਹੀਂ। ਅੱਛਾ, ਇਸ ਜਿੰਨੇ ਪੱਧਰ 'ਤੇ ਵੱਡੇ ਲੈਵਲ 'ਤੇ ਇਹ ਸਾਡੇ ਘਰ ਵਿੱਚ ਮਤਲਬ ਲੋਕਾਂ ਨੇ ਅਪਣਾ ਲਈ ਆ ਇਹ ਗੱਲ ਮੂਰਤੀ ਪੂਜਾ ਜਾਂ ਤਸਵੀਰਾਂ ਵਾਲੀ, ਇਹਦੇ ਤੋਂ ਛੁਟਕਾਰਾ ਕਿਵੇਂ ਹੋ ਸਕਦਾ? ਛੁਟਕਾਰੇ ਤੋਂ ਪਹਿਲਾਂ ਮੈਂ ਇੱਕ ਬਹੁਤ ਵੱਡੇ ਖਤਰੇ ਤੋਂ ਸਿੱਖ ਸੰਗਤ ਨੂੰ ਸੁਚੇਤ ਕਰਨਾ ਚਾਹੁੰਦਾ। ਤੁਸੀਂ ਕਾਗਜ਼ ਦੀਆਂ ਮੂਰਤੀਆਂ ਨੂੰ ਪ੍ਰਵਾਨਗੀ ਦਿੱਤੀ, ਉਹ ਤੁਹਾਡੇ ਘਰਾਂ 'ਚ ਆਈਆਂ, ਤੁਸੀਂ ਉਹਨਾਂ ਨੂੰ ਧੂਫ ਬੱਤੀ ਕੀਤੀ ਤੇ ਬਾਣੀ ਦਾ ਪੜ੍ਹਨਾ ਤੇ ਬਾਣੀ ਦਾ ਉਪਦੇਸ਼ ਸੁਣਨਾ ਤੁਸੀਂ ਹੌਲੀ ਹੌਲੀ ਘਟਾਉਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਇਹਦਾ ਨੁਕਸਾਨ ਇਹ ਹੋਇਆ ਵੀ ਨਿੱਕੇ ਨਿੱਕੀਆਂ ਜਿਹੜੀਆਂ ਸਟੈਚੂ ਸੀ ਉਹ ਤੁਹਾਡੇ ਕਾਰਾਂ ਦੇ ਡੈਸ਼ਬੋਰਡ ਤੇ ਆਏ, ਫਿਰ ਉਹ ਕੁਝ ਇੰਚਾਂ ਦੇ ਵਿੱਚ ਆਉਣ ਲੱਗ ਪਈਆਂ, ਫੁੱਟਾਂ ਦੇ ਵਿੱਚ ਹੁਣ ਉਹ ਜਿਹੜੀਆਂ ਨੇ, ਤੇ ਮੀਟਰਾਂ ਦੇ ਵਿੱਚ ਉਹ ਮੂਰਤੀਆਂ ਬਣ ਕੇ ਚਾਈਨਾ ਮੇਡ ਦੀਆਂ ਵੱਖ-ਵੱਖ ਧਾਤਾਂ ਦੀਆਂ, ਜਿਹਦੇ ਵਿੱਚ ਸੋਨੇ ਦੀਆਂ, ਚਾਂਦੀ ਦੀਆਂ, ਤਾਂਬੇ ਦੀਆਂ, ਪੱਥਰ ਦੀਆਂ ਤੁਹਾਡੇ ਘਰਾਂ ਦੇ ਵਿੱਚ ਆਉਣ ਲੱਗ ਪਈਆਂ ਨੇ, ਸਟਾਲਾਂ ਤੇ ਵਿਕਦੀਆਂ ਨੇ। ਅੱਛਾ ਜੀ। ਤੁਸੀਂ ਮਤ ਸੋਚੋ ਵੀ ਇਹ ਇੱਥੇ ਗੱਲ ਮੁੱਕ ਜਾਊਗੀ। ਕਾਗਜ਼ ਤੋਂ ਤੁਰੀ ਹੋਈ ਗੱਲ ਹੌਲੀ ਹੌਲੀ ਵੱਖ-ਵੱਖ ਧਾਤਾਂ ਦੀ ਬਣੀ ਹੋਈ ਮੂਰਤੀ ਤੇ ਪਹੁੰਚ ਗਈ ਆ, ਔਰ ਇਹਦਾ ਆਕਾਰ ਦਿਨੋਂ ਦਿਨ ਵੱਡਾ ਹੋ ਰਿਹਾ। ਜਿਉਂ-ਜਿਉਂ ਇਹਦੀ ਵਿਕਰੀ ਉਹ ਵੱਡੀ ਹੋਊ। ਅੱਜ ਤੋਂ 60 ਸਾਲ ਬਾਅਦ, 70 ਸਾਲ ਬਾਅਦ ਮੈਂ ਇਹ ਕੌਮ ਨੂੰ ਕਹਿਣਾ ਚਾਹੁੰਦਾ ਵੀ ਸਾਡੀ ਹਾਲਤ, ਸਾਨੂੰ ਕਿਸੇ ਨਾਲ ਨਹੀਂ ਲੜਨਾ ਪਊਗਾ। ਸਾਡੇ ਗੁਰਦੁਆਰਿਆਂ ਦੇ ਵਿੱਚ ਕਿਰਪਾਨ ਖੜਕੂਗੀ, ਅਸੀਂ ਆਪਣੀ ਆਦਤ ਮੁਤਾਬਕ ਲੜਾਂਗੇ। ਕਿਉਂ ਲੜਾਂਗੇ? ਕਿਉਂਕਿ ਜਦੋਂ 2-3 ਪੀੜ੍ਹੀਆਂ ਉਸ ਮੂਰਤੀ ਨੂੰ ਪੂਜ ਲੈਣਗੀਆਂ ਘਰਾਂ 'ਚ, ਉਹ ਜਿੱਦ ਕਰਨਗੀਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਮੂਰਤੀ ਵੀ ਗੁਰੂ ਸਾਹਿਬ ਦੀ ਲਾਉਣੀ ਚਾਹੁੰਦੇ ਹਾਂ। ਜਿਸ ਗੁਰੂ ਦੇ ਨਾਂ ਤੇ ਗੁਰਦੁਆਰਾ ਮੂਰਤੀ ਲੱਗਣ ਦੀ ਤਿਆਰੀ ਹੋਊਗੀ, ਕਿਉਂਕਿ ਤੁਸੀਂ ਇੱਕ ਐਸੇ ਕਲਚਰ 'ਚ ਰਹਿ ਰਹੇ ਹੋ ਜਿੱਥੇ ਚੀਜ਼ਾਂ ਦਾ ਤੁਹਾਨੂੰ ਬੁੱਧ ਧਰਮ ਨੂੰ ਸਾਹਮਣਾ ਕਰਨਾ ਪਿਆ, ਤੁਹਾਨੂੰ ਕਰਨਾ ਪਊਗਾ ਜੇ ਤੁਸੀਂ ਅੱਜ ਨਾ ਸੰਭਲੇ ਤਾਂ। ਸਾਡੇ 'ਚੋਂ ਇੱਕ ਧੜਾ ਉਹ ਹੋਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਹੀ ਫੋਲੋ ਕਰਨ ਦੀ ਗੱਲ ਕਰੂਗਾ, ਦੂਜਾ ਉਹ ਹੋਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੁਰੂਆਂ ਦੀ ਮੂਰਤੀ ਰੱਖਣ ਦੀ ਕੋਸ਼ਿਸ਼ ਕਰੂ। ਜਿਵੇਂ ਕਿ ਹੁਣ ਤਸਵੀਰਾਂ ਲੱਗ ਹੀ ਰਹੀਆਂ ਨੇ, ਇੱਕ ਸੰਪਰਦਾ ਸਾਡੀ ਬਹੁਤ ਜ਼ੋਰ ਸ਼ੋਰ ਨਾਲ ਲਾ ਰਹੀ। ਦਲੀਲ ਕੀ ਹੋਊਗੀ ਜੀ? ਜੇ ਰਾਮ ਜੀ ਦੀ ਮੂਰਤੀ ਤੇ ਰਾਮਾਇਣ ਇਕੱਠੀਆਂ ਰਹਿ ਸਕਦੀਆਂ ਨੇ, ਜੇ ਸ਼ਿਵ ਪੁਰਾਣ ਤੇ ਸ਼ਿਵ ਦਾ ਮੂਰਤੀ ਇਕੱਠੀਆਂ ਲੱਗ ਸਕਦੀਆਂ ਨੇ, ਜੇ ਕ੍ਰਿਸ਼ਨ ਤੇ ਰਾਧਾ ਦੀ ਮੂਰਤੀ ਤੇ ਨਾਲ ਨਾਲ ਗੀਤਾ ਇਕੱਠੀਆਂ ਰਹਿ ਸਕਦੀਆਂ ਨੇ, ਗੁਰੂ ਗ੍ਰੰਥ ਸਾਹਿਬ ਤੇ ਇਹ ਬੁੱਤ ਕਿਉਂ ਨਹੀਂ ਇਕੱਠੇ ਰਹਿ ਸਕਦੇ? ਉਹ ਸਿਚੁਏਸ਼ਨ ਦਾ ਸਾਹਮਣਾ ਕਰਨ ਵਾਸਤੇ ਕੌਮ ਤਿਆਰ ਰਵੇ ਔਰ ਆਪਣੀਆਂ ਨਸਲਾਂ ਨੂੰ ਦੱਸ ਦੇਵੇ ਵੀ ਤੁਹਾਡੇ ਨਾਲ ਇਹ ਕੁਝ ਬੀਤਣ ਵਾਲਾ ਜੇ, ਵਾਪਰਨ ਵਾਲਾ ਜੇ। ਕਿਉਂ? ਕਿਉਂਕਿ ਅਸੀਂ ਆਪਣੇ ਘਰਾਂ ਦੇ ਵਿੱਚ ਜ਼ਹਿਰ ਦੇ ਇਹ ਕੰਡੇ ਬੀਜ ਲਏ ਹਨ, ਇਹ ਬੀਜ ਲਏ ਹਨ, ਔਰ ਇਹਨਾਂ ਨੇ ਪ੍ਰਫੁੱਲਤ ਹੋਣੋਂ ਹਟਣਾ ਨਹੀਂ, ਇਹ ਵਧਣਾ। ਠੀਕ ਹੈ। ਕਿਉਂਕਿ ਐਸੇ ਪਹਿਲੇ ਕਰਮ ਕਾਂਡਾਂ ਨੇ ਸਾਨੂੰ ਬਹੁਤ ਜ਼ਿਆਦਾ ਕੌਮੀ ਤੌਰ ਤੇ ਪੰਥ ਨੂੰ ਦੁਫਾੜ ਕੀਤਾ, ਔਰ ਸਾਡੀ ਲੜਾਈ ਦੇ ਅੱਜ ਵੀ ਉਹ ਕਲੇਸ਼ ਦੇ ਕਾਰਨ ਬਣੇ ਹੋਏ ਆ, ਤੇ ਇਹਨਾਂ ਨੇ ਵੀ ਬਣ ਜਾਣਾ। ਇਹ ਮੈਂ ਪਹਿਲੋਂ ਹੀ ਅੱਜ ਇਸ ਗੱਲ ਤੋਂ ਸੁਚੇਤ ਕਰ ਰਿਹਾ, ਕਿਉਂਕਿ ਭਗਤਾਂ ਦੇ ਨਾਮ ਉੱਤੇ ਸਾਡੇ 'ਚ ਪਹਿਲਾਂ ਹੀ ਝਗੜਾ ਸ਼ਰਾਰਤੀ ਲੋਕਾਂ ਨੇ, ਔਰ ਸਾਡੀ ਬੇਵਕੂਫੀ ਦਾ ਫਾਇਦਾ ਲੈ ਕੇ ਉਹਨਾਂ ਨੇ ਖੜਾ ਕਰ ਦਿੱਤਾ। ਆਪਣੇ ਕੋਲ 1 ਮਿੰਟ ਆ, ਤੇ ਇਹਦੇ ਵਿੱਚ ਕੋਈ ਸਟਰੋਂਗ ਮੈਸੇਜ ਦਿਓ ਵੀ ਜਿਹੜਾ ਇਹਦੇ ਤੋਂ ਬਚਿਆ ਜਾ ਸਕੇ। ਮੈਂ ਤਾਂ ਗੁਰੂ ਨਾਨਕ ਨਾਮ ਲੇਵਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸ਼ਬਦ ਗੁਰੂ ਨੂੰ, ਗੁਰਬਾਣੀ ਨੂੰ ਮੰਨਣ ਵਾਲੇ, ਸਿੱਖ ਖਵਾਉਣ ਵਾਲੇ ਭਗਤ ਸਾਹਿਬਾਨਾਂ ਦੇ, ਗੁਰੂ ਸਾਹਿਬਾਨਾਂ ਦੇ ਸਾਰੇ ਹੀ ਫੋਲੋਅਰ ਤੇ ਉਹਨਾਂ ਦੇ ਉਪਦੇਸ਼ ਨੂੰ ਮੰਨਣ ਦਾ ਦਾਅਵਾ ਕਰਨ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਜ਼ਹਿਰ ਨੂੰ ਜਿੱਡੀ ਛੇਤੀ ਹੋ ਸਕਦਾ ਆਪਣੇ ਘਰਾਂ ਵਿੱਚੋਂ ਕੱਢ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੋ, ਉਹਨਾਂ ਦੇ ਉਪਦੇਸ਼ ਨੂੰ ਮੰਨੋ, ਉਹਨਾਂ ਦੇ ਪ੍ਰਿੰਟ ਕਢਾ ਕੇ ਉਹ ਸ਼ਬਦ ਫਰੇਮ ਕਰਾ ਕੇ ਆਪਣੀਆਂ ਕੰਧਾਂ ਤੇ ਲਾਓ। ਕਿਸੇ ਗੁਰੂ ਦੀ, ਕਿਸੇ ਭਗਤ ਸਾਹਿਬਾਨ ਦੀ ਮੂਰਤੀ ਪੂਜਣੀ ਇਹ ਉਹਨਾਂ ਦੀ ਸੋਚ, ਉਹਨਾਂ ਦੇ ਸਿਧਾਂਤ ਤੋਂ ਬਰਖਲਾਫ ਆ, ਉਹਨਾਂ ਦੀ ਅਸਲ ਬੇਅਦਬੀ ਆ। ਆਪਾਂ ਉਹਨਾਂ ਦੀ ਬੇਅਦਬੀ ਨਾ ਕਰੀਏ, ਉਹਨਾਂ ਦੇ ਉਪਦੇਸ਼ ਨੂੰ ਪੜ੍ਹੋ, ਸੁਣੋ, ਵਿਚਾਰੋ, ਜੀਵਨ 'ਚ ਵਸਾਓ, ਉਹੋ ਜਿਹਾ ਸਮਾਜ ਸਿਰਜਣ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਉਹਨਾਂ ਦੇ ਸੁਪਨੇ ਮੁਤਾਬਕ ਬੇਗਮਪੁਰਾ ਤੇ ਹਲੇਮੀ ਰਾਜ ਵਰਗਾ ਸਮਾਜ ਜਿਹੜਾ ਹੈ ਉਹਨੂੰ ਸਾਕਾਰ ਕਰ ਸਕੀਏ। ਔਰ ਇਹ ਜੋ ਕਲੇਸ਼ ਰੋਜ਼ ਸਾਡੀਆਂ ਕਰਮਕਾਂਡੀ ਤੇ ਮਨਮਤਾਂ ਕਰਕੇ ਪੈਦਾ ਹੁੰਦੇ ਨੇ, ਇਹਨਾਂ ਤੋਂ ਬਚਣ ਦਾ ਇੱਕੋ ਹੀ ਉਪਾਅ ਹੈ ਕਿ ਅਸੀਂ ਉਹਨਾਂ ਮਹਾਨ ਪੁਰਖਾਂ ਦੇ ਉਪਦੇਸ਼ ਨੂੰ ਸਤ ਕਰਕੇ ਰੱਬੀ ਬਾਣੀ ਮੰਨਦਿਆਂ ਹੋਇਆਂ ਉਹਨੂੰ ਅਸੀਂ ਮੰਨੀਏ, ਕਮਾਈਏ, ਸਤਿਕਾਰੀਏ ਤੇ ਉਸ ਨੂੰ ਜੀਵੀਏ। ਉਹਨਾਂ ਮੁਤਾਬਕ ਅਸੀਂ ਸਮਾਜ ਤੇ ਆਪਣਾ ਜੀਵਨ ਘੜਨ ਦੀ ਕੋਸ਼ਿਸ਼ ਕਰੀਏ। ਭਾਈ ਹਰਜਿੰਦਰ ਸਿੰਘ ਜੀ, ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ।
ਸੋ ਸਾਧ ਸੰਗਤ ਸਾਨੂੰ ਸਾਰਿਆਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਉਹਨਾਂ ਦੀ ਪਿਕਚਰ ਆਪਣੇ ਸਾਹਮਣੇ ਰੱਖ ਕੇ ਜੀਵਨ ਵਿੱਚ ਵਿਚਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। आयो